दर्शन प्यासी दिन सुरात। चित मोह आन दिन नीत। खोल कपट गुर मेलिया। नानक हर संग मीत। खोल कपट गुर मेलिया। नानक हर संग मीत। जेता समुंद सागर नीर भरिया। तेते अवगुण हमारे। दया करो किछ मेहर उपावो। डुबदे पत्थर तारे। दया करो किछ मेहर उपावो। डुबदे पत्थर तारे। जियड़ा अगन बराबर तपै। भीतर वगै काती। प्रणवत नानक हुक्म पछाणै। प्रणवत नानक हुक्म पछाणै। सुख होवै दिन राती। कृपा करो दीन के दाते। मेरा गुण अवगुण न विचारो कोई। माटी का क्या तोपै स्वामी। मानस की गत एही। माटी का क्या तोपै स्वामी। मानस की गत एही। कवन वडाई कह सकूं। बेअंत गुणीता। कर कृपा मोहे नाम देहो। नानक दर सरीता। कर कृपा मोहे नाम देहो। नानक दर सरीता। जुगो जुग अटल सतगुरु गुरगद्दी ते सुभाईमान दसां पातशाहियां दी जोत सतगुरु साहिब श्री गुरु ग्रंथ साहिब जी महाराज जी दी पावन पवित्र मुबारक अमृतमयी हजूरी विखे चरण शरण विखे रोजाना की तरह जुड़ मिल बैठी सन्मान सत्कारयोग गुरु रूप साध संगत गुरु साहिब जी दियां बेअंत बेअंत रहमतां और बख्शिशां होईयां हन। गुरु दरबार विखे गुरसंगत रूप च जुड़ मिल बैठे हैं और इन्हां सुभागियां घड़ियां नूं सफल बनाउंदे होए गुरु साहिब जी की पावन और पवित्र अमृतमयी इलाही बाणी तुर की साची अमृतमयी बाणी दे शब्द कीर्तन प्यार सत्कार सहित रोजाना की तरह
ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੇ ਹਨ, ਕੀਰਤਨ ਦਾ ਆਨੰਦ ਮਾਣਿਆ ਹੈ। ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪਿਆਰ ਔਰ ਸਤਿਕਾਰ ਸਹਿਤ ਪ੍ਰਵਾਨ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਸ਼ਲੋਕ ਵਿਚਾਰ ਸਹਿਤ ਨਿਤਾ ਪ੍ਰਤੀ ਆਪ ਜੀ ਸ਼ਰਵਣ ਕਰਦੇ ਹੋ ਔਰ 62 ਸ਼ਲੋਕਾਂ ਤੱਕ ਦੀ ਵਿਚਾਰ ਪਿਛਲਿਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ। ਕੱਲ੍ਹ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ ਸੀ, 62 ਨੰਬਰ ਸ਼ਲੋਕ, ਜਿਹਦੇ ਰਾਹੀਂ ਕਬੀਰ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਇਹ ਜਿਹੜੀਆਂ ਅੱਜ ਵਡਿਆਈਆਂ ਜਾਂ ਮਾਣ ਸਾਨੂੰ ਮਿਲ ਰਿਹਾ ਹੈ, ਇਹ ਅਸਲ ਦੇ ਵਿੱਚ ਉਹ ਵਾਹਿਗੁਰੂ ਦਾ ਬਖਸ਼ਿਆ ਹੋਇਆ ਮਾਣ ਹੈ। ਸਾਡੀ ਇਹਦੇ 'ਚ ਆਪਣੀ ਕੋਈ ਔਕਾਤ, ਕੋਈ ਪਾਇਆ ਨਹੀਂ ਹੈ। ਔਰ ਮਾਲਕ ਜਿਹਨੂੰ ਚਾਹਵੇ ਮਾਣ ਬਖਸ਼ ਸਕਦਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ, ਮਾਥਾ ਛਤਰ ਧਰੇ। ਸਹਿਬ ਹੱਥ ਵਡਿਆਈਆਂ ਨੇ, ਜਿਹੜਾ ਉਹਨੂੰ ਭਾ ਗਿਆ ਉਹਨੂੰ ਉਹ ਵਡਿਆਈਆਂ ਬਖਸ਼ ਕੇ ਨਿਹਾਲ ਕਰ ਦਿੰਦਾ ਹੈ, ਕਿਰਤਾਰਥ ਕਰ ਦਿੰਦਾ ਹੈ। ਅਤੇ ਉਹਦੇ ਘਰ ਦੀਆਂ ਵਡਿਆਈਆਂ ਖੋਹੀਆਂ ਨਹੀਂ ਜਾ ਸਕਦੀਆਂ ਹਨ। ਅਸੀਂ ਬੇਨਤੀ ਕਰ ਸਕਦੇ ਹਾਂ, ਦਾਅਵਾ ਨਹੀਂ ਕਰ ਸਕਦੇ, ਹੁਕਮ ਨਹੀਂ ਕਰ ਸਕਦੇ ਮਾਲਕ 'ਤੇ। ਅਤੇ ਬੇਨਤੀ ਅਸੀਂ ਰੋਜ਼ ਗੁਰੂ ਚਰਨਾਂ 'ਚ ਕਰਦੇ ਹਾਂ। ਬਹੁਤ ਤਰ੍ਹਾਂ ਦੀਆਂ ਮੰਗਾਂ ਮਾਲਕ ਜੀ ਦੇ ਸਨਮੁਖ ਅਸੀਂ ਰੱਖਦੇ ਹਾਂ ਔਰ ਉਹਨਾਂ ਮੰਗਾਂ 'ਚੋਂ, ਉਹਨਾਂ ਬੇਨਤੀਆਂ 'ਚੋਂ ਇੱਕ ਬੇਨਤੀ ਹਮੇਸ਼ਾ ਸਾਡੀ ਇਹ ਵੀ ਹੁੰਦੀ ਹੈ ਕਿ ਦਾਤਾ ਜੀ ਸਾਨੂੰ ਸਮਾਜ ਅੰਦਰ, ਜਗਤ ਅੰਦਰ ਇੱਜ਼ਤ ਮਿਲੇ, ਮਾਣ ਮਿਲੇ, ਵਡਿਆਈ ਮਿਲੇ। ਬਲਕਿ ਗੁਰੂ ਸਾਹਿਬ ਨੇ ਆਪ ਸਾਨੂੰ ਅਰਦਾਸ ਕਰਨ ਦੀ ਜੁਗਤ ਸਮਝਾਉਂਦਿਆਂ ਇਹ ਬਚਨ ਉਹਨਾਂ ਨੇ ਕਹੇ ਹਨ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਦਾਤਾ ਜੀ ਕਿਰਪਾ ਕਰੋ, ਸਾਡੀ ਝੋਲੀ 'ਚ ਸੁੱਖ ਪਾਵੋ, ਆਪਣੇ ਨਾਮ ਦੀ ਦਾਤ ਪਾਵੋ ਜਿਹੜੀ ਸਭ ਤੋਂ ਉੱਤਮ ਦਾਤ ਹੈ। ਮਿਲੈ ਸੂਖ ਨਾਮ ਹਰ ਸ਼ੋਭਾ, ਸ਼ੋਭਾ ਵਡਿਆਈ ਦੀ ਦਾਤ ਵੀ ਆਪ ਜੀ ਕਿਰਪਾ ਕਰਕੇ ਬਖਸ਼ੋ। ਪਰ ਗੱਲ ਇਹ ਹੈ, ਜਦੋਂ ਵਡਿਆਈ ਮਿਲ ਗਈ ਤੇ ਫਿਰ ਹੰਕਾਰੀ ਹੋ ਕੇ ਇਹ ਨਹੀਂ ਕਹਿਣਾ ਕਿ ਇਹ ਮੇਰੀ ਕਮਾਈ ਹੈ। ਉੱਥੇ ਨਿਮਰਤਾ ਬਣਾ ਕੇ ਰੱਖਣੀ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਕਬੀਰ ਸਾਹਿਬ ਕਹਿੰਦੇ ਮੈਂ ਕੁਝ ਕਰਨ ਵਾਲਾ ਨਹੀਂ ਹਾਂ। ਕਿਆ ਜਾਣੂ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਕੀਤਾ ਸਾਰਾ ਕੁਝ ਉਸ ਵਾਹਿਗੁਰੂ ਨੇ ਹੈ। ਬਸ ਉਹਦੀ ਵਡਿਆਈ ਹੈ ਕਿ ਕਬੀਰ ਕਬੀਰ ਜਗਤ ਅੰਦਰ ਹੁੰਦਾ ਪਿਆ ਹੈ। ਇੱਦੋਂ ਅੱਗੇ ਅੱਜ 63 ਨੰਬਰ ਸ਼ਲੋਕ ਅੰਦਰ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਸੁਪਨੈ ਹੂੰ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ। ਸੁਪਨੇ ਦੀ ਗੱਲ ਕਬੀਰ ਸਾਹਿਬ ਇਸ ਸ਼ਲੋਕ ਅੰਦਰ ਕਰਦੇ ਹਨ। ਅਤੇ ਸੁਪਨਾ ਜਾਂ ਸੁਪਨੇ ਦਾ ਜ਼ਿਕਰ ਬਾਣੀ 'ਚ ਗੁਰੂ ਸਾਹਿਬ ਨੇ ਅਨੇਕਾਂ ਜਗ੍ਹਾ 'ਤੇ ਕੀਤਾ ਹੈ। ਔਰ ਸੰਸਾਰ ਦੀ ਵੀ ਸਤਿਗੁਰੂ ਨੇ ਜਿਹੜੀ ਤਸ਼ਬੀਹ ਹੈ ਉਹ ਸੁਪਨੇ ਦੇ ਨਾਲ ਕੀਤੀ ਹੈ। ਭਾਵ ਜਗ ਰਚਨਾ ਨੂੰ ਗੁਰੂ ਨੇ ਸੁਪਨਾ ਕਿਹਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਾਂ ਸ਼ਲੋਕ ਪੜ੍ਹਦੇ ਹਾਂ, ਜਿੱਥੇ ਉਹ ਕਹਿੰਦੇ, ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਸ਼੍ਰੀ ਰਾਮ ਚੰਦਰ ਚਲੇ ਗਏ, ਰਾਵਣ ਵੀ ਚਲਾ ਗਿਆ ਜਿਹਦਾ ਬੜਾ ਵੱਡਾ ਪਰਿਵਾਰ ਸੀ। ਮਹਾਰਾਜ ਕਹਿੰਦੇ ਸੱਚ ਇਹ ਹੈ ਕਿ ਇੱਥੇ ਥਿਰ ਕੁਝ ਵੀ ਨਹੀਂ ਹੈ,
जग जीवन ऐसा सुपने जैसा, जीवन सुपन समान। संसार अंदर जीवन की है सुपने की तरह। हुण बंदा सौंदा है, सुपना वेंदा है, अखां खुल गईयां, सुपना टुट गया। संसार की खेड भी बिल्कुल इसे तरह की है। एक फकीर ने, एक जगह फकीर अपने चेलियां च बैठा तो बड़ा उदास। चेले कहन लगे, महात्मा जी इन्हें उदास क्यों बैठे, उदासी का कारण की है? क्योंकि फकीरां दे चेहरिਆਂ ते उदासी जचदी नहीं है। फकीर तां खिड़े होए हुंदे ने ते खेड़ा वंडदे हन। जिन्हों बाणी च गुरु कहंदे, नानक भगतां सदा विगास। भगतां दे जीवन च ते खेड़ा है। भगत ते दुख दे विच भी सुख माणदा है। फकीर बैठा बड़ा उदास। चेले कहन लगे, महात्मा जी उदास क्यों बैठे जे? महात्मा कहन लगा, मैं सुपना वेख्या अज, ते सुपने दे विच मैं एक तितली वेखी है। मेरे सुपने दे विच एक तितली आई है। जदों सुपना खत्म हो गया, सुपना मुक गया, तितली भी नहीं। कहन लगे, जी ये फिर उदास होने वाली किहड़ी गल है? सुपना तो लोगों नूं आउंदा, कई कुछ लोग सुपने च वेंदे हन। वो कहन लगा, चिंता मैनू किस गल दी है? मैं समझदा हाँ कि मैनू सुपना आया तो मैं सुपने च तितली नूं वेख्या। फिकर इस गल दा है कि किधरे तितली सुपना ना वेंदी पई होवे ते उहदे सुपने च मैं होवां। हुण वेखो, गल बड़ी बरीकी वाली है। तितली नहीं सी सुपने दे विच आई, सुपना खत्म हो गया, तितली खत्म। पर वो कहिंदे किधरे ऐसा ना होवे एक तितली सुपना वेंदी पई होवे ते मैं होवां उहदे सुपने च, ते सुपना उहदा मुक गया ते मैं भी मुक जावां, मैं होवां ही ना। राजे जनक बारे कहिंदे, उहने सुपना वेख्या ते सुपने दे विच भिखारी बन के इधर उधर मंगदा फिरदा है। चिंता बन गई जदों अखां खुलियां कि ये की राजा, किदां दा मैं सुपना वेख्या। कहण लगा, मैं चाहुंदा कोई दसे कि सच की है। वो सच सी कि ये सच है। हुण जो अख खुलिया मैं वेंदा पिया, ये सच है कि वो सच सी जो मैं सुपने च वेख्या। कईयां ने कई तरह के उत्तर दिते, पर जनक दी तसल्ली ना हुई। बड़े वड्डे वड्डे वखियान दे के जनक नूं उहदे दरबार दे विद्वानां ने गल समझाण दी कोशिश की जो वो कहना चाहुंदे सन, पर जनक दी तसल्ली ना हुई। ते अष्टावक्र कहण लगा, मैं दस सकदा हाँ की सच है की झूठ है। ये अष्टावक्र बड़ा विद्वान पुरख सी। इहदा पिता जनक दे दरबार दा एक मंत्री सी। बड़ा सत्कार सी उहदा जनक दे दरबार अंदर। पर ये अष्टावक्र ये जदों तुरदा सी ते शरीर ते 8 वाल पैंदे सन, इसे करके इनू अष्टावक्र कहिंदे सन। कहिंदे एक बार जदों ये जनक दे दरबार च आया ते जदों टेढ़ा मेढ़ा जिहा हो के चलदा है, इनू वेख के सारे दरबारी हस पे ते हासा जनक दा भी निकल पिया भी ये किदां तुर रिहा है। इन्हें एकदम अपनी जेब चों रुमाल कढ़िया ते रुमाल दे नाल मूँह ढक लिया जनक राजे दे दरबार च। ते जनक बड़ा हैरान कि हुण दरबार अंदर इन्नी सोहनी सुगंधी आ रही है, सारे सुगंधी दे छिड़का कीते ने, इन्हें मूँह क्यों ढक लिया है? जनक ने इहदे कोलों मूँह ढकण दा कारण पुछया। कहण लगा, मैनू बड़ी बदबू आउंदी पई है तेरे दरबार दे विचों, बड़ी बो आउंदी पई है। मैनू इदां लग रहा है कि इत्थे जिन्ने लोग बैठे हुए ने समेत तेरे सारे चमड़े का काम करन वाले हन, चम दे व्यापारी हन। हुण जनक आप राजा, बाकी मंत्री उच्चे उच्चे अहुदियां ते बैठे, कहण लगे इन्हें साडी तोहीन कीती है, सानू दरबार दे दरबारियां नू, जनक दे दरबारियां नू चमड़े दे व्यापारी क्या, चम दे व्यापारी। ये कहण लगा, राजन इन्हां ने मेरा
ਤਨ ਵੇਖਿਆ ਤੇ ਤਨ ਵੇਖ ਕੇ ਹੱਸ ਪਏ। ਜਿਨ੍ਹਾਂ ਦਾ ਧਿਆਨ ਕੇਵਲ ਤਨ ਤੇ ਚਮੜੇ ਤੱਕ ਸੀਮਤ ਹੋਵੇ ਉਹ ਚਮੜੇ ਦੇ ਵਪਾਰੀ ਨਹੀਂ ਤੇ ਹੋਰ ਕੀ ਹਨ। ਜਿਨ੍ਹਾਂ ਦਾ ਧਿਆਨ ਕੇਵਲ ਬੰਦੇ ਦੀ ਸੂਰਤ ਨਹੀਂ ਸੀਰਤ ਵੇਖਣੀ ਚਾਹੀਦੀ ਹੈ, ਸਰੀਰ ਨਹੀਂ ਉਹਦੇ ਅੰਦਰ ਕੀ ਕੁਆਲਿਟੀ ਹੈ ਇਹ ਵੇਖਣੀ ਚਾਹੀਦੀ ਹੈ। ਨਾ ਅੰਦਰ ਤਾਂ ਮੇਰਾ ਵੇਖਿਆ ਕੋਈ ਨਹੀਂ, ਬਾਹਰ ਦੇ ਸਰੀਰ ਨੂੰ ਵੇਖ ਕੇ ਹੱਸਦੇ ਪਏ ਨੇ। ਹੁਣ ਉਹ ਅਸ਼ਟਾਵਕਰ ਜਨਕ ਨੂੰ ਕਹਿਣ ਲੱਗਾ ਮੈਂ ਦੱਸ ਸਕਦਾ ਹਾਂ ਸੱਚ ਕੀ ਹੈ ਝੂਠ ਕੀ ਹੈ। ਜਨਕ ਰਾਜਾ ਕਹਿਣ ਲੱਗਾ ਏਡੇ ਵੱਡੇ ਵੱਡੇ ਮੇਰੇ ਦਰਬਾਰ ਦੇ ਵਿਦਵਾਨ ਤਾਂ ਦੱਸ ਨਹੀਂ ਸਕੇ, ਤੂੰ ਕੀ ਦੱਸੇਂਗਾ? ਕਹਿਣ ਲੱਗਾ ਮਿੰਟਾਂ 'ਚ ਦੱਸ ਦੇਵਾਂਗਾ ਸੱਚ ਕੀ ਹੈ ਝੂਠ ਕੀ ਹੈ। ਉਹ ਕਹਿਣ ਲੱਗਾ ਦੱਸ। ਜਨਕ ਨੇ ਆਪਣੀ ਸਾਰੀ ਗੱਲ ਦੱਸੀ ਕਿ ਮੈਂ ਇਹਦਾ ਉੱਤਰ ਚਾਹੁੰਦਾ ਹਾਂ। ਕੀ ਸੱਚ? ਮੈਂ ਸੁਪਨਾ ਵੇਖਿਆ, ਸੁਪਨੇ 'ਚ ਭਿਖਾਰੀ ਬਣ ਕੇ ਠੋਕਰਾਂ ਖਾਂਦਾ ਪਿਆ ਸੀ। ਹੁਣ ਉਹ ਸੱਚ ਹੈ ਕਿ ਇਹ ਸੱਚ ਹੈ? ਇਹ ਕਹਿਣ ਲੱਗਾ ਜਨਕ ਉਹ ਵੀ ਝੂਠ ਸੀ ਤੇ ਇਹ ਵੀ ਝੂਠ ਹੈ। ਬਾਕੀ ਤਾਂ ਉਹ ਸੁਪਨੇ ਨੂੰ ਝੂਠ ਸਾਬਤ ਕਰਨ ਦੀਆਂ ਦਲੀਲਾਂ ਤੇ ਪ੍ਰਮਾਣ ਦਿੰਦੇ ਰਹੇ ਤੇ ਜ਼ਿੰਦਗੀ ਨੂੰ ਸੱਚ ਸਾਬਤ ਕਰਨ ਦੀਆਂ ਦਲੀਲਾਂ ਦਿੰਦੇ ਰਹੇ, ਪਰ ਇਹਨੇ ਅਸ਼ਟਾਵਕਰ ਨੇ ਬਸ ਇੱਕੋ ਗੱਲ ਕਹੀ। ਕਹਿਣ ਲੱਗਾ ਉਹ ਵੀ ਝੂਠ ਹੈ ਇਹ ਵੀ ਝੂਠ ਹੈ। ਫਰਕ ਇੰਨਾ ਹੈ ਕਿ ਇੱਕ ਬੰਦ ਅੱਖ ਦਾ ਸੁਪਨਾ ਹੈ, ਇੱਕ ਖੁੱਲੀ ਅੱਖ ਦਾ ਸੁਪਨਾ ਹੈ। ਇੱਕ ਸੁਪਨਾ ਉਦੋਂ ਟੁੱਟਦਾ ਹੈ ਜਦੋਂ ਅੱਖ ਖੁੱਲ੍ਹ ਜਾਂਦੀ ਹੈ। ਬੰਦਾ ਸੁੱਤਾ ਸੁਪਨਾ ਵੇਂਦਾ ਪਿਆ ਬੜੇ ਆਨੰਦ 'ਚ ਹੈ, ਅੱਖ ਖੁੱਲ੍ਹ ਗਈ ਸੁਪਨਾ ਟੁੱਟ ਗਿਆ। ਕਹਿਣ ਲੱਗਾ ਇੱਕ ਉਹ ਸੁਪਨਾ ਜਿਹੜਾ ਅੱਖ ਖੁੱਲ੍ਹਣ 'ਤੇ ਟੁੱਟਦਾ ਹੈ ਤੇ ਇੱਕ ਇਹ ਜ਼ਿੰਦਗੀ ਰੂਪੀ ਸੁਪਨਾ ਹੈ ਜਿਹੜਾ ਅੱਖ ਬੰਦ ਹੋਣ 'ਤੇ ਟੁੱਟਦਾ। ਜਿੱਦਣ ਬੰਦੇ ਦੀ ਅੱਖ ਬੰਦ ਹੋ ਗਈ ਉਦਣ ਸਮਝੋ ਜ਼ਿੰਦਗੀ ਰੂਪੀ ਸੁਪਨਾ ਮੁੱਕ ਗਿਆ। ਮਹਾਰਾਜ ਕਹਿੰਦੇ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ। ਇੱਕ ਭਗਤ ਰਵਿਦਾਸ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਹਾਂ। ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਚਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ। ਰਾਜਾ ਸੀ, ਸਿੰਘਾਸਨ ਤੇ ਹੀ ਅੱਖ ਲੱਗ ਗਈ ਬੈਠੇ ਦੀ, ਸੁਪਨਾ ਵੇਖਿਆ ਭਿਖਾਰੀ ਤੇ ਠੋਕਰਾਂ ਖਾਂਦਾ ਫਿਰਦਾ ਹੈ। ਹੁਣ ਹੈ ਰਾਜਾ ਹੈ, ਸੁਪਨਾ ਸੀ ਠੋਕਰਾਂ ਖਾਧੀਆਂ। ਮਹਾਰਾਜ ਕਹਿੰਦੇ ਬਿਲਕੁਲ ਤੂੰ ਪਰਮਾਤਮਾ ਦੀ ਅੰਸ਼ ਹੈ, ਪਰ ਮਾਇਆ ਦੇ ਸੁਪਨੇ 'ਚ ਫਸ ਕੇ ਤੂੰ ਸੰਸਾਰ ਅੰਦਰ ਵਿਸ਼ਿਆਂ ਤੇ ਵਿਕਾਰਾਂ ਦੀਆਂ ਠੋਕਰਾਂ ਖਾਂਦਾ ਪਿਆ, ਕਦੇ ਆਪਣੇ ਆਪ ਨੂੰ ਪਛਾਣਿਆ ਨਹੀਂ ਮੈਂ ਕੌਣ ਹਾਂ। ਇਹਨੂੰ ਗੁਰੂ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਹੁਣ ਇੱਕ ਬਾਣੀ 'ਚ ਸੁਪਨੇ ਦਾ ਇਹ ਪ੍ਰਮਾਣ ਦਿੱਤਾ ਗਿਆ, ਜਿੱਥੇ ਜੀਵਨ ਨੂੰ ਸੁਪਨਾ ਕਹਿ ਕੇ ਸੰਸਾਰ ਨੂੰ ਸੁਪਨਾ ਕਹਿ ਕੇ ਗੁਰੂ ਨੇ ਸਾਨੂੰ ਸਮਝਾਇਆ ਕਿ ਇਹ ਜੋ ਆਪਾਂ ਵੇਂਦੇ ਪਏ ਹਾਂ ਸਭ ਖੁੱਲੀ ਅੱਖ ਦਾ ਸੁਪਨਾ ਹੈ, ਇਹਦੇ 'ਚ ਚਿੱਤ ਵੀ ਨਹੀਂ ਜੋੜਨਾ। ਜਿਹੜਾ ਜੋੜਦਾ ਹੈ ਉਹਨੂੰ ਗੁਰੂ ਮੂਰਖ ਕਹਿੰਦੇ। ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਹੁਣ ਦੂਜਾ ਸੁਪਨੇ ਦੀ ਗੱਲ ਕਬੀਰ ਸਾਹਿਬ ਇਸ ਸ਼ਲੋਕ ਅੰਦਰ ਕਰਦੇ ਹਨ। ਦੇਖੋ ਜੋ ਆਪਾਂ ਦਿਨ 'ਚ ਕਾਰ ਵਿਹਾਰ ਕਰਦੇ ਹਾਂ, ਬੰਦਾ ਸੁਪਨਾ ਕਿਹੜਾ ਵੇਂਦਾ ਹੈ ਕਿੱਦਾਂ? ਜੋ ਸਾਡੇ ਜਾਗਦਿਆਂ ਮਨ ਅੰਦਰ ਵਿਚਾਰ, ਮਨ ਅੰਦਰ ਕਲਪਨਾ ਚੱਲਦੀਆਂ ਹਨ। ਜਦੋਂ ਆਪਾਂ ਸੌਂਦੇ ਹਾਂ ਤੇ ਸੁਪਨੇ ਵੀ ਸਾਨੂੰ ਉਸੇ ਤਰ੍ਹਾਂ ਦੇ ਆਉਂਦੇ ਹਨ ਜੋ ਸਾਡੇ ਜਿਉਂਦੇ ਜੀ ਜਾਗਦਿਆਂ ਹੋਇਆਂ ਜੀਵਨ ਦੇ ਵਿੱਚ ਘਟਨਾ ਕਰਮ ਵਰਤਦੇ ਹਨ। ਜਿਹੜਾ ਸਾਰੀ ਦਿਹਾੜੀ ਦੁਕਾਨ 'ਤੇ ਬੈਠਾ ਬਸ ਵਪਾਰ ਦੇ ਹਿਸਾਬ ਕਿਤਾਬ ਲਾਉਂਦਾ, ਉਹ ਸੁੱਤਿਆਂ ਪਿਆਂ ਵੀ ਮਾਇਆ ਦੇ ਹਿਸਾਬ ਹੀ ਲਾਏਗਾ। ਜਿਹੜਾ ਡਰਾਈਵਰੀ ਕਰਦਾ ਹੈ, ਜਿਹਦਾ ਕੰਮ ਸਾਰੀ ਦਿਹਾੜੀ ਬਸ ਗੱਡੀ ਚਲਾਉਣਾ, ਉਹਨੂੰ ਸੁੱਤਿਆਂ ਪਿਆਂ ਵੀ ਇੱਦਾਂ ਹੀ ਸੁਪਨੇ ਆਉਂਦੇ ਹਨ ਜਿੱਦਾਂ ਉਹ ਗੱਡੀ 'ਤੇ ਕਿਧਰੇ ਦਿੱਲੀ ਦਾ ਚੱਕਰ ਲਾ ਲਿਆ, ਬੰਬੇ ਦਾ ਚੱਕਰ ਲਾ ਲਿਆ, ਬਸ ਸੁਪਨੇ ਉਸੇ ਤਰ੍ਹਾਂ ਦੇ। ਅਤੇ ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦੀ ਭਗਤੀ 'ਚ ਜੁੜੇਗਾ ਜਾਗਦਿਆਂ ਜਿਹੜਾ ਹਰ ਸਾਹ ਦੇ ਨਾਲ ਜਪੇਗਾ, ਕਿਰਤ ਕਰਦਿਆਂ ਜਿਹੜਾ ਕਰਤੇ 'ਚ ਆਪਣੇ ਧਿਆਨ ਨੂੰ ਜੋੜ ਕੇ ਰੱਖੇਗਾ, ਜੇ ਉਹ ਸੌਂਦਾ ਵੀ ਹੈ ਤੇ ਉਹਨੂੰ ਸੁਪਨੇ 'ਚ ਵੀ ਰੱਬ ਦੀ ਬੰਦਗੀ ਦੇ ਸੁਪਨੇ ਆਉਂਦੇ ਹਨ। ਜੇ ਉਹ ਰਾਤ ਬਰੜਾਉਂਦਾ ਵੀ ਹੈ, ਬੜੇ ਲੋਕ ਐਸੇ ਹੁੰਦੇ ਹਨ ਜਿਹੜੇ ਸੁੱਤੇ ਪਿਆਂ ਜਿਨ੍ਹਾਂ ਨੂੰ ਬੋਲਣ ਦੀ ਆਦਤ ਹੁੰਦੀ ਹੈ। ਕਈ ਐਸੇ ਹੁੰਦੇ ਜਿਨ੍ਹਾਂ ਨੂੰ ਸੁੱਤੇ ਹਨ ਪਰ ਸੁੱਤਿਆਂ ਵੀ ਤੁਰਨ ਦੀ ਆਦਤ ਹੁੰਦੀ ਹੈ। ਕਈ ਐਸੇ ਹੁੰਦੇ ਨੇ ਜਿਹੜੇ ਅੱਖਾਂ ਸੌਂਦੇ ਹਨ, ਆਮ ਬੰਦਾ ਤੇ ਅੱਖਾਂ ਬੰਦ ਕਰਕੇ ਸੌਂਦਾ ਹੈ। ਸਾਡੇ ਨਾਲ ਕਾਲਜ 'ਚ ਇੱਕ ਮੁੰਡਾ ਪੜ੍ਹਦਾ ਸੀ, ਉਹ ਸੌਂਦਾ ਸੀ ਤੇ ਅੱਖਾਂ ਖੋਲ੍ਹ ਕੇ ਉਹਨੇ ਸੌਣਾ।
ਤੇ ਕਈ ਵਾਰ ਸੁਪਰਡੈਂਟ ਨੇ ਆਉਣਾ ਜਦੋਂ ਕਦੇ ਬਹੁਤਾ ਰੌਲਾ ਪੈਣਾ, ਤੇ ਹੁਣ ਬਾਕੀਆਂ ਨੇ ਤੇ ਅੱਖਾਂ ਬੰਦ ਕਰਕੇ ਲੇਟ ਜਾਣਾ। ਕਈ ਵਾਰ ਸੁੱਤਾ ਵੀ ਹੁੰਦਾ ਸੀ ਤੇ ਅੱਖਾਂ ਖੁੱਲੀਆਂ ਹੁੰਦੀਆਂ ਸਨ ਤੇ ਵੇਖਣ ਵਾਲੇ ਨੂੰ ਲੱਗਦਾ ਸੀ ਸ਼ਾਇਦ ਇਹ ਜਾਗਦਾ ਪਿਆ ਹੈ, ਤੇ ਝਿੜਕਾਂ ਉਹਨੂੰ ਮਾਰ ਕੇ ਚਲੇ ਜਾਣਾ, ਹੁੰਦਾ ਉਹ ਸੁੱਤਾ ਸੀ। ਸੋ ਕਈਆਂ ਦਾ ਸੁਪਨਾ ਸੌਣਾ, ਤੇ ਕਈਆਂ ਨੂੰ ਸੌਣ ਦੇ ਵਿੱਚ ਬਰੜਾਉਣ ਦੀ, ਬੋਲਣ ਦੀ ਆਦਤ ਹੁੰਦੀ ਹੈ। ਤੇ ਕਬੀਰ ਸਾਹਿਬ ਕਹਿੰਦੇ ਹੁਣ ਬੰਦਾ ਸੌਂਦਾ ਹੈ ਤੇ ਬੋਲਦਾ ਹੈ, ਬਰੜਾਉਂਦਾ ਹੈ। ਬਰੜਾਉਂਦਾ ਕੀ ਹੈ? ਉਹੀ ਜਿੱਦਾਂ ਦੇ ਸੁਪਨੇ ਆਉਂਦੇ ਨੇ ਉਹ ਕੁਝ ਬੰਦਾ ਬੋਲਦਾ। ਛੋਟੇ ਛੋਟੇ ਬੱਚੇ ਬੋਲਦੇ ਹਨ ਕਈ ਵਾਰ ਸੁੱਤਿਆਂ ਵੀ। ਤੇ ਕਬੀਰ ਸਾਹਿਬ ਕਹਿੰਦੇ ਕਬੀਰ ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ। ਕੋਈ ਸੁੱਤਾ ਪਿਆ ਹੈ, ਸੁਪਨੇ 'ਚ ਬਰੜਾਉਂਦਾ ਹੈ, ਤੇ ਜੇ ਬਰੜਾਉਂਦਿਆਂ ਭਾਵ ਸੁਪਨੇ 'ਚ ਬੋਲਦਿਆਂ ਉਹਦੇ ਮੁਖ 'ਚੋਂ ਰਾਮ ਨਿਕਲ ਆਵੇ, ਪਰਮਾਤਮਾ ਦਾ ਨਾਮ ਨਿਕਲ ਆਵੇ, ਤੇ ਕਬੀਰ ਸਾਹਿਬ ਕਹਿੰਦੇ ਮੇਰਾ ਸਰੀਰ ਉਹਦੇ ਲਈ ਹਾਜ਼ਰ ਹੈ। ਤਾਂ ਕਿ ਪੱਗ ਕੀ ਪਨ ਹੀ ਮੇਰੇ ਤਨ ਕੋ ਚਾਮ। ਮੇਰੇ ਸਰੀਰ ਦੀ ਚਮੜੀ ਉਹਦੇ ਪੈਰਾਂ ਦੇ ਜੋੜਿਆਂ ਦੇ ਲਈ ਹਾਜ਼ਰ ਜੇ, ਜਿਹੜਾ ਸੁੱਤਾ ਪਿਆ ਵੀ ਬਰੜਾਉਂਦਿਆਂ ਪਰਮਾਤਮਾ ਨੂੰ ਚੇਤੇ ਕਰਦਾ ਹੈ, ਕਿਉਂਕਿ ਸੁੱਤਾ ਪਿਆ ਬਰੜਾਉਂਦਿਆਂ ਰੱਬ ਨੂੰ ਉਹ ਚੇਤੇ ਕਰੇਗਾ ਜਿਹਨੂੰ ਜਾਗਦਿਆਂ ਰੱਬ ਚੇਤੇ ਹੈ। ਜਿਹਨੂੰ ਜਾਗਦਿਆਂ ਰੱਬ ਭੁੱਲਿਆ ਪਿਆ ਉਹਨੂੰ ਸੁੱਤਿਆਂ ਰੱਬ ਕਿੱਥੋਂ ਚੇਤੇ ਆਉਣਾ ਹੈ। ਜਿਹਨੂੰ ਜਾਗਦਿਆਂ ਕਰਤੇ ਪੁਰਖ ਦੀ ਯਾਦ ਨਹੀਂ ਹੈ, ਚੇਤਾ ਨਹੀਂ ਹੈ, ਚਿੰਤਨ ਨਹੀਂ ਹੈ, ਉਹ ਕਦੇ ਸੁੱਤਿਆਂ ਵੀ ਰੱਬ ਦੇ ਸੁਪਨੇ ਨਹੀਂ ਲੈ ਸਕਦਾ। ਸੋ ਕਬੀਰ ਸਾਹਿਬ ਕਹਿੰਦੇ ਜਿਹੜਾ ਰੱਬ ਦੇ ਵਿੱਚ ਸੁਰਤ ਜੋੜ ਕੇ ਜਾਗਦਾ ਸੌਂਦਾ ਰੱਬ ਨੂੰ ਧਿਆਉਂਦਾ ਹੈ, ਉਹਦੇ ਲਈ ਸਾਡੇ ਸਰੀਰ ਦੀ ਚਮੜੀ ਹਾਜ਼ਰ ਹੈ, ਉਹਦੇ ਚਰਨਾਂ ਦੇ ਜੋੜਿਆਂ ਦੇ ਲਈ। ਇਦੋਂ ਅੱਗੇ 64 ਨੰਬਰ ਸ਼ਲੋਕ 'ਚ ਆਪ ਫਰਮਾਨ ਕਰਦੇ ਹਨ, ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ। ਮਿੱਟੀ ਦੇ ਅਸੀਂ ਪੁਤਲੇ ਹਾਂ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਨਾ ਕਛ ਪੋਚ ਮਾਟੀ ਕੈ ਭਾਂਡੈ ਨਾ ਕਛ ਪੋਚ ਕਮਾਰੇ। ਵਾਹਿਗੁਰੂ ਨੇ ਮਿੱਟੀ ਤੋਂ ਸਾਡੇ ਕਾਇਆ ਦੀ ਸਰੀਰ ਦੀ ਸਿਰਜਣਾ ਕੀਤੀ ਹੈ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ 4 ਦਿਵਸ ਕੋ ਪੇਖਣਾ ਅੰਤ ਖੇ ਕੀ ਖੇ। ਮਿੱਟੀ ਦਾ ਬਣਿਆ ਹੋਇਆ ਇਹ ਸਰੀਰ ਹੈ, ਬਿਨ ਸੰਹਾਰ ਸਰੀਰ ਹੈ, ਭਾਵ ਹਮੇਸ਼ਾ ਰਹਿਣ ਵਾਲਾ ਸਰੀਰ ਨਹੀਂ ਹੈ। ਚਲਾਏਮਾਨ ਹੈ ਸਾਡੇ ਜੀਵਨ ਦੀ ਖੇਡ। ਇਹਨੂੰ ਮਹਾਰਾਜ ਨੇ ਦਰਿਆਵੇ ਕੰਨੇ ਰੁਖੜਾ ਵੀ ਕਿਹਾ ਹੈ। ਇਹਨੂੰ ਜੀਵਨ ਨੂੰ ਧੰਨ ਬਾਬਾ ਫਰੀਦ ਸਾਹਿਬ ਕਹਿੰਦੇ ਇੱਦਾਂ ਸਮਝੋ ਜਿਵੇਂ ਮਿੱਟੀ ਦਾ ਕੱਚਾ ਭਾਂਡਾ ਹੈ ਤੇ ਵਿੱਚ ਉਹਦੇ ਪਾਣੀ ਭਰਿਆ ਹੋਇਆ ਹੈ। ਕਿਚਰ ਤਾਂ ਹੀ ਰੱਖੀ ਹੈ, ਕੱਚੇ ਭਾਂਡਾ ਨੀਰ, ਭਾਂਡਾ ਪੱਕਾ ਹੈ, ਪਾਣੀ ਜਿੰਨੀ ਦੇਰ ਮਰਜ਼ੀ ਰੱਖੀ ਰੱਖੋ, ਪਰ ਜਿਹੜਾ ਭਾਂਡਾ ਕੱਚਾ ਉਹਦੇ 'ਚ ਪਾਣੀ ਪਾਵਾਂਗੇ ਭਾਂਡਾ ਗਲ ਜਾਣਾ ਤੇ ਉਹ ਟੁੱਟ ਜਾਣਾ ਤੇ ਪਾਣੀ ਵੀ ਬਿਖਰ ਜਾਏਗਾ। ਇਸੇ ਤਰ੍ਹਾਂ ਸਰੀਰ ਦੀ ਹਾਲਤ ਕੱਚੇ ਭਾਂਡੇ ਦੀ ਤਰ੍ਹਾਂ ਹੈ। ਕਿਆ ਵਿਸਾਸਾ ਇਸ ਭਾਂਡੇ ਕਾ ਇਤਨਾ ਕੋ ਲਾਗੈ ਠਨਕਾ। ਹੁਣ ਕਬੀਰ ਸਾਹਿਬ ਕਹਿੰਦੇ ਇੱਥੋਂ ਤੱਕ ਤਾਂ ਗੱਲ ਹੋ ਗਈ ਕਿ ਮਿੱਟੀ ਦੇ ਅਸੀਂ ਪੁਤਲੇ ਹਾਂ, ਨਾ ਮਨੁੱਖਾਂ ਵਾਲਾ ਮਨੁੱਖ ਰੱਖਿਆ ਹੋਇਆ ਹੈ। ਤਰ੍ਹਾਂ ਤਰ੍ਹਾਂ ਦੇ ਨਾਂ ਅਸੀਂ ਆਪਣੀ ਪਛਾਣ ਦੇ ਲਈ ਰੱਖੇ ਨੇ। ਜਿਵੇਂ ਬਾਹਰੀ ਤੌਰ 'ਤੇ ਮਿੱਟੀ ਦੇ ਭਾਂਡੇ ਹੁੰਦੇ ਨੇ, ਭਾਂਡੇ ਸਾਰੇ ਮਿੱਟੀ ਦੇ ਬਣੇ ਹੁੰਦੇ ਹਨ, ਪਰ ਨਾਂ ਉਹਨਾਂ ਦੇ ਵੱਖਰੇ ਵੱਖਰੇ ਹੁੰਦੇ ਹਨ। ਕੋਈ ਸੁਰਾਹੀ ਹੈ, ਕੋਈ ਘੜਾ ਹੈ, ਕੋਈ ਇੱਦਾਂ ਹੋਰ ਦੂਜਾ ਤੀਜਾ ਭਾਂਡਾ ਹੈ। ਭਾਂਡੇ ਸਾਰੇ ਮਿੱਟੀ ਦੇ ਹਨ ਪਰ ਨਾਂ ਵੱਖਰੇ ਵੱਖਰੇ ਹਨ। ਇੱਦਾਂ ਆਪਾਂ ਸਾਰੇ ਜਿੰਨੇ ਸਰੀਰ ਰੂਪੀ ਸਾਡੇ ਭਾਂਡੇ ਹਨ ਸਾਰੇ ਮਿੱਟੀ ਦੇ ਬਣੇ ਹਾਂ, ਪਰ ਨਾਂ ਸਾਡੇ ਸਾਰਿਆਂ ਦੇ ਵੱਖਰੇ ਹਨ, ਪਛਾਣ ਸਾਡੀ ਸਾਰਿਆਂ ਦੀ ਵੱਖਰੀ ਵੱਖਰੀ ਹੈ। ਹੁਣ ਕਬੀਰ ਸਾਹਿਬ ਅੱਗੇ ਕਹਿੰਦੇ 4 ਦਿਵਸ ਕੇ ਪਾਹੁਨੇ ਵੱਡ ਵੱਡ ਰੁੱਧੈ ਠਾਉ। 4 ਦਿਨਾਂ ਦੇ ਅਸੀਂ ਪਰਾਹੁਣੇ ਹਾਂ। ਜ਼ਿੰਦਗੀ ਦੀ ਖੇਡ 4 ਦਿਨਾਂ ਦੀ ਖੇਡ ਹੈ, ਪਰ ਇਹ 4 ਦਿਨ ਜਿਹੜੇ ਜ਼ਿੰਦਗੀ ਦੇ ਮਿਲਦੇ ਨੇ, ਇਹਨਾਂ 4 ਦਿਨਾਂ ਦੇ ਵਿੱਚ ਬੰਦਾ ਇੱਦਾਂ ਸਮਝਦਾ ਹੈ ਜਿੱਦਾਂ ਮੈਂ ਸੰਸਾਰ ਅੰਦਰ ਪੱਕਾ ਹੀ ਰਹਿਣਾ ਹੈ, ਤੇ ਅੱਗੇ ਤੋਂ ਅੱਗੇ ਹੋ ਕੇ ਇਹ ਕਬਜ਼ੇ ਕਰਦਾ। ਆਪਾਂ ਪਿੰਡਾਂ ਖੰਡਾਂ 'ਚ ਵੇਖੀਏ ਜ਼ਿਮੀਂਦਾਰ ਲੋਕ ਅੱਧੀ ਅੱਧੀ ਇੰਚ ਕਰਕੇ ਜ਼ਮੀਨਾਂ ਦੇ ਝਗੜੇ ਕਰਦੇ ਹਨ ਕਿ ਮੈਂ ਹੋਰ ਵੱਧ ਤੋਂ ਵੱਧ ਜ਼ਮੀਨ 'ਤੇ ਕਬਜ਼ਾ ਕਰ ਲਵਾਂ। ਹੁੰਦਾ ਕੁਝ ਨਹੀਂ ਹੈ, ਮਾਮੂਲੀ ਅੱਧੀ ਤੋਂ ਵੀ ਹੋ ਸਕਦਾ ਅੱਧੇ ਇੰਚ ਦੀ ਖੇਡ ਹੋਵੇ, ਵੱਟਾਂ ਬੰਨੇ ਵੱਢਣੇ। ਕਬਜ਼ਾ ਕਰਨ ਕਰਕੇ ਉਹਨਾਂ ਦੀਆਂ ਲੜਾਈਆਂ ਹੁੰਦੀਆਂ ਨੇ।
ਤੇ ਜਦੋਂ ਲੜਾਈਆਂ ਹੁੰਦੀਆਂ ਨੇ, ਇੱਕ ਨੇ ਦੂਜੇ ਨੂੰ ਮਾਰ ਦਿੱਤਾ, ਇੱਕ ਮਰ ਗਿਆ, ਦੂਜਾ ਸਾਰੀ ਜ਼ਿੰਦਗੀ ਬੈਠਾ ਰਿਹਾ ਜੇਲ੍ਹ ਦੇ ਵਿੱਚ, ਤੇ ਜ਼ਮੀਨ ਉੱਥੇ ਦੀ ਉੱਥੇ ਰਹਿ ਗਈ, ਨਾ ਉਹਦੇ ਪੱਲੇ ਕੁਝ ਪਿਆ ਤੇ ਨਾ ਉਹਦੇ ਕੁਝ ਪੱਲੇ ਪਿਆ। ਪਰ ਝਗੜਾ ਕਿਹਦਾ ਸੀ? ਇੱਕ ਮਾਮੂਲੀ ਜ਼ਮੀਨ ਦਾ। ਆਪਾਂ ਦੇਸ਼ਾਂ ਦੀ ਇੱਕ ਦੂਜੇ ਦੇ ਨਾਲ ਲੜਾਈ ਹੁੰਦੀ, ਆਪਾਂ ਰੋਜ਼ ਬਿਆਨ ਲੀਡਰਾਂ ਦੇ ਸੁਣਦੇ ਹਾਂ ਜੀ, ਅਸੀਂ ਆਪਣੇ ਦੇਸ਼ ਦੀ 1 ਇੰਚ ਜ਼ਮੀਨ ਵੀ ਦੂਜੇ ਨੂੰ ਨਹੀਂ ਦੇਵਾਂਗੇ। ਦੂਜੇ ਆਪਣੇ ਵੱਲੋਂ ਦਾਅਵੇ ਕਰਦੇ ਹਨ ਕਿ ਅਸੀਂ ਨਹੀਂ ਦੇਵਾਂਗੇ। ਝਗੜੇ, ਜਰ ਜੋਰੂ ਤੇ ਜ਼ਮੀਨ, ਦੁਨੀਆ ਦੇ ਝਗੜਿਆਂ ਦੇ ਇਹ ਵੱਡੇ 3 ਕਾਰਨ ਹਨ ਅੱਜ ਤੱਕ ਜਿਹੜੀਆਂ ਸੰਸਾਰ ਅੰਦਰ ਬਹੁਤਾਤ ਲੜਾਈਆਂ ਜੰਗਾਂ ਹੋਈਆਂ ਨੇ। ਉਹਨਾਂ ਦੇ ਪਿੱਛੇ ਇੱਕ ਵੱਡਾ ਕਾਰਨ ਹੈ ਜ਼ਮੀਨ 'ਤੇ ਕਬਜ਼ਾ ਕਰਨ ਦਾ। ਮੈਂ ਦੂਜੇ ਦੀ ਜਗ੍ਹਾ 'ਤੇ ਕਬਜ਼ਾ ਕਰ ਲਵਾਂ, ਦੂਜਾ ਕਹਿੰਦਾ ਮੈਂ ਇਹਦੀ ਜਗ੍ਹਾ 'ਤੇ ਕਬਜ਼ਾ ਕਰ ਲਵਾਂ। ਇੱਦਾਂ ਫਿਰ ਵੱਡੇ ਵੱਡੇ ਜੰਗ ਹੁੰਦੇ, ਪਤਾ ਨਹੀਂ ਕਿੰਨਿਆਂ ਦੀਆਂ ਜਾਨਾਂ ਚੱਲੀਆਂ ਜਾਂਦੀਆਂ ਨੇ। ਕਿਹਦੇ ਲਈ? ਉਸ ਜਗ੍ਹਾ ਦੇ ਲਈ ਜਿਹੜੀ ਜਗ੍ਹਾ 'ਤੇ 4 ਦਿਨ ਰਹਿਣਾ ਤੇ ਫਿਰ ਚਲੇ ਜਾਣਾ ਹੈ। ਮਹਾਰਾਜ ਕਹਿੰਦੇ 4 ਦਿਵਸ ਕੇ ਪਾਹੁਨੇ, 4 ਦਿਨਾਂ ਦੇ ਅਸੀਂ ਹੈ ਤੇ ਪ੍ਰਾਹੁਣੇ ਹਾਂ। ਤੇ ਜਿਹੜਾ ਸਾਡੇ ਘਰ ਹੀ ਕੋਈ ਪ੍ਰਾਹੁਣਾ ਆਇਆ ਹੋਵੇ ਤੇ ਪੱਕਾ ਹੀ ਆ ਕੇ ਬਹਿ ਜਾਵੇ ਤੇ ਸੋਚੇ ਹੁਣ ਮੈਂ ਇੱਥੇ ਹੀ ਰਹਿਣਾ, ਚੰਗਾ ਥੋੜ੍ਹਾ ਲੱਗਦਾ। ਪ੍ਰਾਹੁਣੇ ਤੇ 1-2 ਦਿਨ ਹੀ ਚੰਗੇ ਲੱਗਦੇ ਹਨ ਤੇ ਆਉਣ ਤੇ ਚਲੇ ਜਾਣ। ਜੇ ਪੱਕੇ ਬਹਿ ਜਾਣ ਤੇ ਫਿਰ ਔਖਾ ਹੋ ਜਾਂਦਾ ਹੈ। ਮਹਾਤਮਾ ਕਿਸੇ ਨਗਰ ਦੇ ਵਿੱਚ ਪਹੁੰਚਿਆ ਜਾਣਾ ਤੇ ਉਹਨੇ ਅੱਗੇ ਸੀ, ਪਰ ਰਾਤ ਹੋ ਗਈ। ਸੋਚਿਆ ਮੈਂ ਰਾਤ ਇੱਥੇ ਕੱਟ ਲਵਾਂ, ਸਵੇਰੇ ਅੱਗੇ ਚਲਾ ਜਾਵਾਂਗਾ। ਤੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ, ਅੱਗੋਂ ਇੱਕ ਨੌਜਵਾਨ ਨਿਕਲਿਆ ਤੇ ਮਹਾਤਮਾ ਕਹਿਣ ਲੱਗੇ ਮੈਂ ਰਾਤ ਕੱਟਣੀ ਹੈ, ਸਵੇਰੇ ਇੱਥੋਂ ਚਲੇ ਜਾਣਾ ਹੈ, ਬਸ ਰਾਤ ਕੱਟਣ ਦੇ ਲਈ ਜਗ੍ਹਾ ਚਾਹੀਦੀ ਹੈ। ਉਹ ਨੌਜਵਾਨ ਕਹਿਣ ਲੱਗਾ ਮਹਾਤਮਾ ਜੀ ਕੋਈ ਸਰਾਂ ਲੱਭੋ, ਜੇ ਰਾਤ ਕੱਟਣੀ ਹੈ, ਰਾਤ ਰਹਿਣਾ, ਇਹ ਮੇਰਾ ਘਰ ਹੈ, ਕੋਈ ਸਰਾਂ ਥੋੜ੍ਹੀ ਹੈ ਮੈਂ ਇੱਦਾਂ ਤੁਹਾਨੂੰ ਰਾਤ ਰਹਿਣ ਦੇ ਲਈ ਜਗ੍ਹਾ ਦੇਵਾਂ। ਮਹਾਤਮਾ ਕਹਿਣ ਲੱਗਾ ਮੈਂ ਕੁਝ ਵਰ੍ਹੇ ਪਹਿਲਾਂ ਵੀ ਇੱਥੇ ਆਇਆ ਸੀ, ਇੱਕ ਹੋਰ ਵਿਅਕਤੀ ਮੈਨੂੰ ਮਿਲਿਆ ਸੀ, ਉਹਨੂੰ ਸੱਦੋ, ਉਹਦੇ ਨਾਲ ਮੇਰੀ ਕੁਝ ਜਾਣ ਪਛਾਣ ਹੈ। ਇਹ ਕਹਿਣ ਲੱਗਾ ਜੀ ਹੋ ਸਕਦਾ ਹੈ ਉਹ ਮੇਰੇ ਪਿਤਾ ਜੀ ਹੋਣ, ਪਰ ਉਹ ਹੁਣ ਨਹੀਂ ਹਨ, ਉਹ ਤਾਂ ਕੁਝ ਵਰ੍ਹੇ ਪਹਿਲਾਂ ਚਲਾਣਾ ਕਰ ਗਏ ਹਨ, ਚੜ੍ਹਾਈ ਕਰ ਗਏ ਹਨ। ਮਹਾਤਮਾ ਕਹਿਣ ਲੱਗਾ ਮੈਂ ਕੋਈ 15-20 ਸਾਲ ਪਹਿਲਾਂ ਵੀ ਆਇਆ ਸੀ, ਇੱਕ ਹੋਰ ਬਜ਼ੁਰਗ ਮੈਨੂੰ ਮਿਲਿਆ ਸੀ, ਫਿਰ ਉਹਨੂੰ ਸੱਦ ਲਵੋ। ਇਹ ਕਹਿਣ ਲੱਗਾ ਜੀ ਉਹ ਤਾਂ ਫਿਰ ਮੇਰੇ ਦਾਦਾ ਜੀ, ਉਹਨਾਂ ਨੂੰ ਤੇ ਕਿੰਨੇ ਵਰ੍ਹੇ ਹੋ ਗਏ ਹਨ, ਚੜ੍ਹਾਈ ਕਰ ਗਏ ਹਨ, ਉਹ ਨਹੀਂ ਹਨ ਇੱਥੇ। ਤੇ ਉਹ ਮਹਾਤਮਾ ਕਹਿਣ ਲੱਗਾ ਭਲਿਆ ਪੁਰਖਾ, ਜਦੋਂ ਮੈਂ 20 ਵਰ੍ਹੇ ਪਹਿਲਾਂ ਆਇਆ ਸੀ ਨਾ, ਤੇ ਮੈਂ ਇੱਦਾਂ ਹੀ ਰਾਤ ਰਹਿਣ ਦੇ ਲਈ ਜਗ੍ਹਾ ਦੀ ਮੰਗ ਕੀਤੀ ਸੀ, ਤੇਰੇ ਦਾਦੇ ਨੇ ਕਿਹਾ ਸੀ ਇਹ ਮੇਰਾ ਘਰ ਹੈ, ਕੋਈ ਸਰਾਂ ਨਹੀਂ ਹੈ। ਜਦੋਂ ਬਾਅਦ 'ਚ ਆਇਆ ਤੇਰੇ ਪਿਤਾ ਨੇ ਕਿਹਾ ਮੇਰਾ ਘਰ ਹੈ, ਸਰਾਂ ਨਹੀਂ ਹੈ। ਅੱਜ ਤੂੰ ਕਹਿ ਰਿਹਾ ਹੈ ਮੇਰਾ ਘਰ ਹੈ, ਸਰਾਂ ਨਹੀਂ ਹੈ, ਪਰ ਸੱਚ ਇਹ ਹੈ ਇਹ ਨਾ ਤੇਰਾ ਘਰ, ਨਾ ਤੇਰੇ ਪਿਤਾ ਦਾ ਘਰ, ਨਾ ਤੇਰੇ ਦਾਦੇ ਦਾ ਘਰ, ਇਹ ਅਸਲ ਦੇ ਵਿੱਚ ਸਰਾਂ ਹੀ ਸੀ। ਫਰਕ ਇੰਨਾ ਹੈ ਕਿ ਮੈਂ ਤੇ ਰਾਤ ਕੱਟਣੀ ਤੇ ਚਲੇ ਜਾਣਾ, ਉਹਨਾਂ ਨੇ ਜ਼ਿੰਦਗੀ ਰੂਪੀ ਰਾਤ ਕੱਟਣੀ ਸੀ ਤੇ ਉਹ ਰਾਤ ਕੱਟ ਕੇ ਤੇ ਚਲੇ ਗਏ। ਘਰ ਤਾਂ ਉਹ ਹੁੰਦਾ ਹੈ ਜਿੱਥੇ ਹਮੇਸ਼ਾ ਬੰਦਾ ਰਵੇ, ਤੇ ਜਿੱਥੇ ਰਹਿ ਕੇ ਅੱਗੇ ਤੁਰ ਜਾਣਾ ਉਹ ਘਰ ਨਹੀਂ ਹੁੰਦਾ, ਉਹ ਸਰਾਂ ਹੀ ਹੁੰਦੀ ਹੈ। ਤੇ ਸੰਸਾਰ ਇੱਕ ਸਰਾਂ ਦੀ ਨਿਆਈ ਹੀ ਹੈ, ਜਿੱਥੇ ਆਪਾਂ ਜੀਵ ਰੂਪੀ ਮੁਸਾਫਰ ਆਉਂਦੇ ਹਾਂ, ਇੱਥੋਂ ਤੁਰ ਜਾਂਦੇ ਹਾਂ। ਪਰ ਅਸੀਂ ਜਾਣਾ ਹਰ ਇੱਕ ਨੇ ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਗੱਲ ਇੰਨੀ ਹੁੰਦੀ ਹੈ ਕਿ ਅਸੀਂ ਸੰਸਾਰ 'ਚ ਪਿੱਛੇ ਛੱਡ ਕੇ ਕੀ ਗਏ ਹਾਂ, ਕੀ ਛੱਡ ਕੇ ਗਏ ਹਾਂ। ਸਾਡੀਆਂ ਚੰਗੀਆਂ ਮਾੜੀਆਂ ਯਾਦਾਂ, ਸਾਡੇ ਚੰਗੇ ਮਾੜੇ ਕਰਮ, ਉਹ ਇੱਥੇ ਪਿੱਛੇ ਚੇਤੇ ਰੱਖੇ ਜਾਂਦੇ ਹਨ। ਚਲੇ ਤੇ ਸਾਰੇ ਜਾਂਦੇ ਹਨ। ਜਿਵੇਂ ਕਹਿੰਦੇ ਕਿਸੇ ਮੁਸਾਫਰਖਾਨੇ ਦੇ ਵਿੱਚ, ਸਰਾਂ ਦੇ ਵਿੱਚ 2 ਪਰਿਵਾਰ ਆ ਕੇ ਰੁਕੇ ਹਨ, ਰਾਤ ਦੋਵਾਂ ਨੇ ਇੱਕ ਕੱਟਣੀ ਸੀ, ਸਵੇਰੇ ਚਲੇ ਜਾਣਾ ਸੀ। ਹੁਣ ਇੱਕ ਪਰਿਵਾਰ ਵਾਲਿਆਂ ਨੇ ਕੀ ਕੀਤਾ, ਰਾਤ ਉੱਥੇ ਕੱਟੀ, ਰਾਤ ਖਾਧਾ ਪੀਤਾ, ਜੋ ਖਲਾਰਾ ਵਲਾਰਾ ਉੱਥੇ ਪਾਇਆ, ਸਵੇਰੇ ਲਗਾਇਆ ਤਾਲਾ ਤੇ ਚਲੇ ਗਏ, ਚਾਬੀ ਦਿੱਤੀ ਚਲੇ ਗਏ, ਐਨ ਕਮਰਾ ਗੰਦਗੀ ਦੇ ਨਾਲ ਭਰ ਕੇ। ਦੂਜੇ ਵਾਲਿਆਂ ਨੇ ਰਾਤ ਕੱਟੀ, ਸਵੇਰੇ ਜਾਣ ਤੋਂ ਪਹਿਲਾਂ ਐਨ ਚੰਗੀ ਤਰ੍ਹਾਂ ਕਮਰੇ ਦੀ ਸਾਫ਼ ਸਫਾਈ ਕੀਤੀ, ਕੂੜਾ ਜਿੱਥੇ ਸੁੱਟਣਾ ਸੀ ਉੱਥੇ ਡਸਟਬਿਨ 'ਚ ਸੁੱਟਿਆ। ਉਹਨਾਂ ਦੇ ਕੋਲ ਇੱਕ ਸੋਹਣੀ ਤਸਵੀਰ ਸੀ, ਉਹਨਾਂ ਸੋਚਿਆ ਕਿ ਕਮਰੇ 'ਚ ਤਸਵੀਰ ਲਗਾ ਜਾਈਏ
ਤਾਂ ਕਿ ਕਮਰਾ ਹੋਰ ਸੋਹਣਾ ਲੱਗੇ। ਉਹਨਾਂ ਇੱਕ ਜਗ੍ਹਾ 'ਤੇ ਤਸਵੀਰ ਵੀ ਲਗਾ ਦਿੱਤੀ, ਕਮਰੇ ਦੀ ਪੂਰੀ ਪ੍ਰੋਪਰ ਸਫਾਈ ਕੀਤੀ, ਤਾਲਾ ਲਗਾਇਆ, ਪੈਸੇ ਦਿੱਤੇ, ਚਲੇ ਗਏ। ਹੁਣ ਸਰਾਂ ਵਾਲੇ ਉਹ ਪਰਿਵਾਰ ਤਾਂ ਦੋਵਾਂ ਨੇ ਰਾਤ ਕੱਟੀ ਤੇ ਦੋਵੇਂ ਚਲੇ ਗਏ। ਪਰ ਜਿਹੜੇ ਸਰਾਂ ਵਾਲੇ ਸਨ ਉਹ ਜਦੋਂ ਕਮਰੇ ਵੇਖਣ ਦੇ ਲਈ ਆਏ ਤੇ ਉਹ ਕਮਰਾ ਖੋਲ੍ਹਿਆ ਗਿਆ। ਜਿਹੜੇ ਕਮਰੇ 'ਚ ਗੰਦ ਪਾ ਕੇ ਚਲੇ ਗਏ ਸਨ, ਵੇਖਿਆ ਅੰਦਰ ਕਮਰੇ 'ਚ ਗੰਦਗੀ ਹੈ, ਗੰਦਗੀ ਖਿਲਰੀ ਪਈ, ਕੂੜਾ ਖਿਲਰਿਆ ਪਿਆ। ਉਹ ਜਿਨ੍ਹਾਂ ਨੇ ਗੰਦ ਪਾਇਆ ਸੀ, ਖਲਾਰਾ ਪਾ ਕੇ ਗਏ ਸਨ, ਉਹਨਾਂ ਨੂੰ ਪਤਾ ਨਹੀਂ ਕਿੰਨੀਆਂ ਫਟਕਾਰਾਂ ਪਾਉਂਦੇ ਰਹੇ ਕਿ ਕਾਹਦੇ ਮਨੁੱਖ ਥੋੜ੍ਹਾ ਸਨ, ਪਸ਼ੂ ਸਨ ਜੋ ਇੰਨਾ ਖਲਾਰਾ ਪਾ ਕੇ ਗੰਦਗੀ ਪਾ ਕੇ ਗਏ ਹਨ। ਉਦੋਂ ਬਾਅਦ ਦੂਜੇ ਕਮਰੇ 'ਚ ਗਏ, ਵੇਖਿਆ ਐਨ ਸੋਹਣਾ ਕਮਰਾ ਸੱਜਿਆ ਹੋਇਆ ਹੈ, ਕੋਈ ਕੂੜਾ ਕਰਕਟ ਨਹੀਂ ਹੈ, ਬਲਕਿ ਦੀਵਾਰ 'ਤੇ ਲੱਗੀ ਹੋਈ ਤਸਵੀਰ ਦੀਵਾਰ ਕਮਰੇ ਦੀ ਹੋਰ ਸ਼ੋਭਾ ਵਧਾਉਂਦੀ ਪਈ ਹੈ। ਉਹਨਾਂ ਦੀ ਉਹ ਬੜੇ ਤਾਰੀਫ ਕਰਦੇ ਹਨ ਉਸ ਪਰਿਵਾਰ ਦੀ ਕਿ ਲੱਗਦਾ ਕੋਈ ਇੱਥੇ ਦੇਵਤੇ ਹੀ ਆਏ ਸਨ ਜਿਹੜੇ ਇੰਨਾ ਸੋਹਣਾ ਕਮਰੇ ਨੂੰ ਸਵਾਰ ਕੇ ਤੇ ਸ਼ਿੰਗਾਰ ਕੇ ਗਏ ਹਨ। ਹੁਣ ਵੇਖੋ ਫਰਕ ਕੀ ਹੈ, ਦੋਵੇਂ ਆਏ ਤੇ ਦੋਵੇਂ ਚਲੇ ਗਏ, ਪਰ ਇੱਕ ਪਿੱਛੇ ਕੀ ਛੱਡ ਕੇ ਗਏ ਤੇ ਇੱਕ ਪਿੱਛੇ ਕੀ ਛੱਡ ਕੇ ਗਏ। ਅਸੀਂ ਵੀ ਸੰਸਾਰ ਅੰਦਰ ਮੁਸਾਫਰ ਦੀ ਤਰ੍ਹਾਂ, ਪ੍ਰਾਹੁਣੇ ਦੀ ਤਰ੍ਹਾਂ ਸੰਸਾਰ ਅੰਦਰ ਆਉਂਦੇ ਹਾਂ। ਤੁਰ ਇੱਥੋਂ ਸਭ ਨੇ ਆਪਣੀ ਆਪਣੀ ਵਾਰੀ ਮੁਤਾਬਕ ਜਾਣਾ ਹੈ, ਪਰ ਗੱਲ ਹੈ ਅਸੀਂ ਪਿੱਛੇ ਕੀ ਛੱਡ ਕੇ ਜਾ ਰਹੇ ਹਾਂ ਤੇ ਜੋ ਛੱਡ ਕੇ ਜਾਵਾਂਗੇ ਉਸੇ ਹਿਸਾਬ ਦੇ ਨਾਲ ਫਿਰ ਸਾਡੇ ਜਾਣ ਤੋਂ ਬਾਅਦ ਸਾਨੂੰ ਯਾਦ ਕੀਤਾ ਜਾਵੇਗਾ। ਜੇ ਕੁਝ ਚੰਗਾ ਕਰਕੇ ਜਾਵਾਂਗੇ ਸਾਡੇ ਜਾਣ ਤੋਂ ਬਾਅਦ ਵੀ ਲੋਕ ਸਲਾਹਣਗੇ, ਤੇ ਜੇ ਕੇਵਲ ਗੰਦਗੀ ਖਿਲਾਰ ਕੇ ਜਾਵਾਂਗੇ ਜਾਣ ਤੋਂ ਬਾਅਦ ਵੀ ਲੋਕ ਪਸ਼ੂ ਬਰਾਬਰ ਹੀ ਕਹਿਣਗੇ, ਇਦੋਂ ਅੱਗੇ ਕੁਝ ਨਹੀਂ। ਮਹਾਰਾਜ ਕਹਿੰਦੇ 4 ਦਿਨਾਂ ਦੇ ਪ੍ਰਾਹੁਣੇ ਹਾਂ। ਬੰਦਾ ਵੱਧ ਤੋਂ ਵੱਧ ਕਬਜ਼ੇ ਕਰਨਾ ਚਾਹੁੰਦਾ ਹੈ ਤੇ ਕਬਜ਼ਿਆਂ ਕਰਕੇ ਲੜਾਈਆਂ, ਝਗੜੇ, ਬਖੇੜੇ, ਪਤਾ ਨਹੀਂ ਕਿੰਨਿਆਂ ਦੇ ਖੂਨ ਵਹਾ ਦਿੰਦਾ ਹੈ। ਕਾਹਦੇ ਲਈ? ਉਹ ਜਗ੍ਹਾ ਦੇ ਲਈ ਜਿੱਥੇ 4 ਦਿਨ ਰਹਿਣਾ ਤੇ ਫਿਰ ਤੁਰ ਜਾਣਾ ਹੈ। 4 ਦਿਵਸ ਕੇ ਪਾਹੁਨੇ ਵੱਡ ਵੱਡ ਰੂਧੈ ਠਾਉ। ਕਬੀਰ ਜੀ ਕਹਿੰਦੇ 4 ਦਿਨਾਂ ਦੇ ਪ੍ਰਾਹੁਣੇ ਹਾਂ, ਪਰ ਵੱਧ ਤੋਂ ਵੱਧ ਕਬਜ਼ੇ ਕਰਕੇ ਜਗ੍ਹਾ ਮੱਲਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡੀ ਬਿਰਤੀ ਹੈ। ਇਦੋਂ ਅੱਗੇ ਕਬੀਰ ਸਾਹਿਬ ਫਰਮਾਨ ਕਰਦੇ ਹਨ, 65 ਨੰਬਰ ਸ਼ਲੋਕ। ਕਬੀਰ ਮਹਿੰਦੀ ਕਰ ਘਾਲਿਆ, ਆਪ ਪਿਸਾਏ ਪਿਸਾਏ। ਇਹ ਜਿਹੜਾ ਸ਼ਲੋਕ ਹੈ ਇਹ 2 ਵਾਰ ਵੈਸੇ ਗੁਰੂ ਗ੍ਰੰਥ ਸਾਹਿਬ ਜੀ 'ਚ ਆਉਂਦਾ ਹੈ। ਇੱਕ ਇਹ ਸ਼ਲੋਕ ਰਾਮਕਲੀ ਕੀ ਵਾਰ ਦੇ ਵਿੱਚ ਵੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਲੋਕ ਦੇ ਨਾਲ ਥੋੜ੍ਹਾ ਮਾਮੂਲੀ ਫਰਕ ਹੈ, ਪਰ ਸ਼ਲੋਕ 2 ਵਾਰ ਇਹ ਕਬੀਰ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ 'ਚ ਆਇਆ ਹੈ। ਕਬੀਰ ਸਾਹਿਬ ਕਹਿੰਦੇ ਆਪਣੇ ਆਪੇ ਨੂੰ ਅਸੀਂ ਮਹਿੰਦੀ ਕਰ ਘਾਲਿਆ, ਮਹਿੰਦੀ ਦੀ ਤਰ੍ਹਾਂ ਆਪਣੀ ਹਾਲਤ ਬਣਾਈ ਹੈ। ਹੁਣ ਤਾਂ ਬੇਸ਼ੱਕ ਮਹਿੰਦੀ ਪੀਸਣ ਦੀ ਵੀ ਲੋੜ ਨਹੀਂ ਪੈਂਦੀ, ਬਿਲਕੁਲ ਘੋਲੀਆਂ ਹੋਈਆਂ ਕੋਨਾਂ ਹੀ ਮਿਲਦੀਆਂ ਨੇ, ਬੀਬੀਆਂ ਖਰੀਦ ਕੇ ਲਿਆਉਂਦੀਆਂ ਨੇ, ਹੱਥਾਂ 'ਤੇ ਲਗਾ ਲਈਆਂ, ਕੋਈ ਮਿਹਨਤ ਕਰਨੀ ਨਹੀਂ ਪਈ। ਪਰ ਪਹਿਲਾਂ ਮਹਿੰਦੀ ਖਰੀਦ ਕੇ ਲਿਆਣੀ, ਉਹਨੂੰ ਪੀਣਾ ਪੈਂਦਾ ਸੀ, ਫਿਰ ਉਹਨੂੰ ਘੋਲਣਾ ਪੈਂਦਾ ਸੀ, ਫਿਰ ਜਾ ਕੇ ਉਹ ਅੱਗੇ ਹੱਥਾਂ 'ਤੇ ਲਗਾਈ ਆਦਿਕ ਜਾਂਦੀ ਸੀ। ਕਬੀਰ ਸਾਹਿਬ ਕਹਿੰਦੇ ਅਸੀਂ ਹੁਣ ਆਪਣੇ ਆਪ ਨੂੰ ਕਬੀਰ ਮਹਿੰਦੀ ਕਰ ਘਾਲਿਆ, ਆਪ ਪਿਸਾਏ ਪਿਸਾਏ। ਜਿਵੇਂ ਮਹਿੰਦੀ ਆਪਣੇ ਆਪ ਨੂੰ ਪਿਸਾਂਦੀ ਹੈ, ਮਹਿੰਦੀ ਨੂੰ ਪੀਸਿਆ ਜਾਂਦਾ ਹੈ, ਪਹਿਲਾਂ ਕੁੱਟ ਕੇ ਉਦੋਂ ਬਾਅਦ ਘੋਲਿਆ ਜਾਂਦਾ ਹੈ ਹੱਥਾਂ 'ਤੇ ਲਗਾਉਣ ਦੇ ਲਈ। ਕਹਿੰਦੇ ਆਪਣੇ ਆਪ ਨੂੰ ਪਿਸਾ ਵੀ ਲਿਆ ਹੈ ਮਹਿੰਦੀ ਤਰ੍ਹਾਂ, ਆਪਣੇ ਆਪ ਨੂੰ ਘਾਲ ਵੀ ਲਿਆ ਹੈ ਮਹਿੰਦੀ ਦੀ ਤਰ੍ਹਾਂ। ਪਰ ਤੈਂ ਸ਼ੈ ਬਾਤ ਨਾ ਪੁੱਛੀਐ, ਕਬੂ ਨਾ ਲਾਈ ਪਾਏ। ਹੇ ਮਾਲਕ ਜੀ, ਤੁਸੀਂ ਸਾਡੀ ਕਦੇ ਬਾਤ ਨਹੀਂ ਪੁੱਛੀ, ਨਾ ਸਾਨੂੰ ਕਦੇ ਆਪਣੇ ਚਰਨੀ ਲਾਇਆ ਹੈ। ਭਾਵ ਅਸੀਂ ਤਾਂ ਆਪਣੇ ਵੱਲੋਂ ਬੜੀ ਘਾਲਣਾ ਘਾਲ ਲਈ ਹੈ, ਬਹੁਤ ਘਾਲਣਾ ਘਾਲੀ ਹੈ, ਪਰ ਤੁਸੀਂ ਸਾਡੀ ਘਾਲਣਾ ਨੂੰ ਪ੍ਰਵਾਨ ਨਹੀਂ ਕੀਤਾ, ਕਬੂਲ ਨਹੀਂ ਕੀਤਾ। ਆਪਣੇ ਦਰ 'ਤੇ ਸਾਨੂੰ ਪ੍ਰਵਾਨ ਤੁਸੀਂ ਨਹੀਂ ਕੀਤਾ ਹੈ, ਅਸੀਂ ਘਾਲਣਾ ਬੜੀ ਘਾਲੀ ਹੈ। ਤੇ ਇਹ ਸ਼ਲੋਕ ਜਿੱਥੇ ਦੂਜੀ ਵਾਰ ਰਾਮਕਲੀ ਕੀ ਵਾਰ 'ਚ ਆਉਂਦਾ ਹੈ, ਉੱਥੇ ਇਸ ਸ਼ਲੋਕ ਦੇ ਨਾਲ ਅੱਗੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ ਹੈ, ਜਿਸ ਸ਼ਲੋਕ ਰਾਹੀਂ ਇਸ ਸ਼ਲੋਕ ਦੀ ਹੋਰ ਵਿਆਖਿਆ ਕੀਤੀ ਗਈ ਹੈ। ਜਿਵੇਂ ਇੱਥੇ ਕਬੀਰ ਸਾਹਿਬ ਕਹਿੰਦੇ ਮਾਲਕ ਜੀ ਅਸੀਂ ਤੇ ਘਾਲਣਾ ਘਾਲ ਕੇ ਬੜੀ ਕਮਾਈ ਕੀਤੀ ਹੈ,
पर तुसी साडे ते सवाली नज़र नहीं वरताई, सानू अपने चरनां 'च नहीं जोड़िया। इहदा उत्तर अगे फिर गुरु अमरदास महाराज देंदे हन। महाराज कहंदे नानक मेहंदी करके रखिया सो शो नदर करे। अपने आप नूं असी मेहंदी की तरह बना के रख लिया, भाव घालना कमाई कमा के असी अपना आपा मालक अगे भेंट किया। सो शो नदर करे, इस भावना दे नाल के मालक साडे ते नदर करे, मेहर करे। आपे पीसै आपे घसै आपे ही लाए ले, वो आप ही सानू पीसन वाला, आप ही कमाई दे रस्ते ते तोरन वाला है, आप ही अपने दर ते कबूल करन वाला। ये पिरम प्याला खसम का जै भावै तैं दे। महाराज कहंदे तू कमाई कर सकदा, तू जोर पा के ओदे दर ते कबूल नहीं हो सकदा। बख्शिश दा प्याला ओदी मेहर दी नज़र ओदी मर्जी दे नाल मिलदी है। असी जोर पा के मालक दी रहमत मालक दी खुशी नहीं लै सकते हैं। जिवें अक्सर बाणी च सतगुरु जी दे आपां प्रमाण पढ़दे हाँ कि साडे कर्म सानू तोड़ तां सकदे, विथ ते कर्मां दे सहारे पै सकदी है, पर कल्ले कर्मां दे सहारे मालक दे घर प्रवान नहीं होया जा सकदा। नाल ओदी बख्शिश ओदी नज़र किरपा प्रसाद दी जरूरत है। किरत कर्म के विछड़े, अपने कीते कम्मां करके आपां विछड़ गए। हुण जिन्ने मर्जी कर्म चंगे करिए कल्ले कर्मां दे सहारे मिल नहीं सकदे। कर किरपा मेलो राम, ओदी किरपा वरते ते फिर मिलाप है। माता गंगा जी जिस वक्त चढ़ाई कीते, गुरु हरगोबिंद साहब ने हुक्म किया भाई गुरदास साहब जी गुरबाणी का पाठ करो, धन बाबा बुढ़ा साहब जी अरदास करो। माता जी नमित ते भाई गुरदास साहब कहन लगे महाराज किसी होर प्राणी दे लई अरदास करन दे लई तुसी कहिंदे ते मन्निया जा सकदा कि हाँ उन्हें बड़ियां भुल्लां कीतियां होणगियां ते अरदास करनी चाहिदी है। पर माता गंगा जी गुरु अर्जन देव जी महाराज दे पत्नी, गुरु रामदास महाराज सच्चे पातशाह जी दे नूंह राणी ते गुरु हरगोबिंद साहब जी तुहाडे जननी तुहाडे माता जी ते जिन्हां दा संबंध तीन गुरुआं दे नाल होवे उन्हां बारे अरदास करन दी की लोड़ है। उन्हां बारे ते शंका ही कोई नहीं है, वो ते मालक दे घर प्रवान ही प्रवान ने, अरदास करन दी की लोड़ है। उत्थे फिर गुरु हरगोबिंद साहब ने कहा सी असी जिन्ने मर्जी चंगे तो चंगे होइए, जिन्ने मर्जी चंगे तो चंगे कर्म करिए, अपने कर्मां ते टेक नहीं रखनी, टेक ओदी बख्शिश ते ओदी रहमत ते रखनी है। क्योंकि लेखै कतों न छूटई खिन खिन भूलन हार, बख्शन हार है बख्श लहो नानक पार उतार। साडी हमेशा ही मालक अगे ये बेनती होनी चाहिए है, असी खते बहुत कमावंदे अंत ना पारा वार, हर किरपा करके बख्श लो हम पापी वड गुनागार। सो महाराज कहंदे ये पिरम प्याला मालक दी रहमत है, असी घालना घालनी है, कमाई करनी है। जदों ओदी रहमत वरतनी है उदों हो सकदा वो सुत्तियां नूं उठाड़ के अपने दर ते कबूल कर लवे। दाती साहिब संधियां क्या चलै तिस नाल, एक जगन दे नाल हैन एक ना सुत्तियां दे उठाल। अगे कबीर जी फरमान करदे कबीर जिह दर आवत जात्यो हटकै नाही कोय। ਜਿਹੜੇ ਦਰ ਤੇ ਜਾਂਦਿਆਂ ਆਉਂਦਿਆਂ ਕਹਿੰਦੇ ਕੋਈ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਵੇ। ਹੁਣ ਅਕਸਰ ਭਗਤ ਨਾਮਦੇਵ ਜੀ ਬਾਰੇ ਵੀ ਆਪਾਂ ਬਾਣੀ 'ਚ ਪੜ੍ਹਦੇ ਹਾਂ ਕਿ ਜਦੋਂ ਉਹ ਮੰਦਰ ਚੱਲੇ ਸਨ ਤੇ ਅੱਗੇ ਬੈਠੇ ਹੰਕਾਰੀ ਪਾਂਡਿਆਂ ਨੇ ਅੰਦਰ ਜਾਣ ਨਾ ਦਿੱਤਾ ਕਿ ਤੂੰ ਸ਼ੂਦਰ ਹੈ, ਨੀਵੀਂ ਜਾਤ ਦਾ ਹੈ, ਅੰਦਰ ਨਹੀਂ ਜਾ ਸਕਦਾ। ਇੱਕ ਰੁਕਾਵਟ ਖੜੀ ਕਰ ਦਿੱਤੀ, ਰੋਕ ਦਿੱਤਾ ਗਿਆ ਕਿ ਤੇਰੇ ਲਈ ਅੱਗੇ ਘਰ ਦੇ ਦਰਵਾਜ਼ੇ ਮੰਦਰ ਦੇ ਦਰਵਾਜ਼ੇ ਬੰਦ ਹਨ। कबीर साहब कहते असी हुण उदां दे किसी दर ते नहीं जाना जिथे अगे पहरेदार बैठे होण ते जिथे जात वेख के अगे जाण दी परमिशन मिलती होवे। असी तां उस दर ते जाना है जिस दर ते ना जांदियां कोई रुकावट ना आउंदियां कोई रुकावट, जिस दर दा मालक हमेशा ही साडे लई बाहां खलार के तैयार होवे कबूल करन दे लई। जे दर आवत जात्यो हटकै नाही कोए, सो दर कैसे छोड़िए जो दर ऐसा होए। कहंदे ओ मालक दा दर
ਜਿਹਦੇ ਦਰ ਜਿਹਦੇ ਘਰ ਜਾਂਦਿਆਂ ਕੋਈ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਉਸੇ ਘਰ ਦੀ ਦਰ ਦੀ ਵਡਿਆਈ ਕਰਦਿਆਂ ਹੀ ਤੇ ਕਹਿੰਦੇ ਹਨ ਕਿ ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ। ਉਹ ਦਰ ਉਹ ਘਰ ਕਿੰਨਾ ਮਹਾਨ, ਜਿੱਥੇ ਬਹਿ ਕੇ ਮਾਲਕ ਸਭ ਦੀ ਸੰਭਾਲ ਕਰਦਾ ਹੈ ਤੇ ਉਹਦੇ ਦਰਵਾਜ਼ੇ ਤੇ ਬੈਠੇ ਪਤਾ ਨਹੀਂ ਕਿੰਨੇ ਮਾਲਕ ਦੀਆਂ ਵਡਿਆਈਆਂ ਨੂੰ ਗਾਉਂਦੇ ਪਏ ਹਨ। ਕਬੀਰ ਸਾਹਿਬ ਕਹਿੰਦੇ ਉਹ ਦਰ ਕਦੇ ਵੀ ਨਹੀਂ ਛੱਡਣਾ ਚਾਹੀਦਾ, ਜਿਸ ਦਰ ਤੇ ਜਾਣ ਤੇ ਕੋਈ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੈ। ਅੱਗੇ ਕਬੀਰ ਸਾਹਿਬ ਕਹਿੰਦੇ ਕਬੀਰ ਬੂਢਾ ਥਾ ਪੈ ਉਭਰਿਓ, ਕਬੀਰ ਡੂਬਾ ਥਾ ਪੈ ਉਭਰਿਓ, ਗੁਣ ਕੀ ਲਹਿਰ ਝਬਕ। ਕਹਿੰਦੇ ਅਸੀਂ ਤਾਂ ਡੁੱਬ ਚੱਲੇ ਸੀ, ਡੂਬਾ ਥਾ ਪੈ ਉਭਰਿਓ, ਡੁੱਬ ਚੱਲੇ ਸਾਂ, ਪਰ ਇੱਕ ਲਹਿਰ ਐਸੀ ਆਈ, ਗੁਣ ਦੀ ਲਹਿਰ, ਜਿਹਨੇ ਸਾਨੂੰ ਡੁੱਬਣ ਤੋਂ ਬਚਾ ਲਿਆ। ਵਾਹਿਗੁਰੂ ਦੀ ਸਿਫਤ ਸਲਾਹ ਦੀ, ਪਰਮਾਤਮਾ ਦੇ ਸਿਮਰਨ ਦੀ, ਬੰਦਗੀ ਦੀ ਲਹਿਰ ਨੇ ਸਾਨੂੰ ਡੁੱਬਦਿਆਂ ਡੁੱਬਦਿਆਂ ਬਚਾ ਲਿਆ। ਹੁਣ ਕਹਿੰਦੇ ਜਦੋਂ ਬਚ ਗਏ, ਜਬ ਦੇਖਿਓ ਬੇੜਾ ਜਰਜਰਾ, ਤਬ ਉੱਤਰ ਪਰਿਓ ਹੋਂ ਫਰਕ। ਹੁਣ ਕੁਦਰਤੀ ਗੱਲ ਹੈ, ਬੰਦਾ ਡੁੱਬ ਰਿਹਾ ਹੋਵੇ ਤੇ ਕੋਈ ਇੱਦਾਂ ਦਾ ਸਹਾਰਾ ਮਿਲਿਆ ਕਿ ਡੁੱਬਣ ਤੋਂ ਬੇੜਾ ਬਚ ਗਿਆ, ਤੇ ਫਿਰ ਬੰਦਾ ਸਭ ਤੋਂ ਪਹਿਲਾਂ ਵੇਂਦਾ ਕੀ ਹੈ, ਡੁੱਬ ਕਿਉਂ ਰਿਹਾ ਸੀ, ਡੁੱਬਣ ਦਾ ਕਾਰਨ ਕੀ ਸੀ। ਕਹਿੰਦੇ ਡੁੱਬ ਰਹੇ ਸਾਂ ਸੰਸਾਰ ਸਮੁੰਦਰ ਦੀਆਂ ਵਿਸ਼ਿਆਂ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ, ਪਰ ਵਾਹਿਗੁਰੂ ਪਰਮਾਤਮਾ ਦੇ ਸਿਮਰਨ ਦੀ ਲਹਿਰ ਨੇ ਕਿਰਪਾ ਕਰਕੇ ਸਾਨੂੰ ਡੁੱਬਣ ਤੋਂ ਲਿਆ ਬਚਾ। ਪਹਿਲਾਂ ਸਾਨੂੰ ਨਹੀਂ ਪਤਾ ਸੀ ਕਿ ਕਿਉਂ ਡੁੱਬ ਰਹੇ ਹਾਂ। ਜਦੋਂ ਐਨ ਡੁੱਬਦਿਆਂ ਡੁੱਬਦਿਆਂ ਬਚੇ ਤੇ ਅੱਖਾਂ ਖੁੱਲੀਆਂ ਕਿ ਇਹ ਕੀ ਬਣ ਚੱਲਿਆ ਸੀ ਸਾਡੇ ਨਾਲ, ਫਿਰ ਕਹਿੰਦੇ ਇੱਕਦਮ ਅੱਖਾਂ ਜਦੋਂ ਖੁੱਲੀਆਂ ਤੇ ਫਿਰ ਮਾਰੀ ਛਾਲ, ਵੇਖੀਏ ਤੇ ਸਹੀ ਡੁੱਬ ਕਿਉਂ ਰਹੇ ਸਾਂ। ਤੇ ਕਹਿੰਦੇ ਫਿਰ ਪਤਾ ਲੱਗਿਆ ਕਿ ਇਹ ਬੇੜੇ ਅੰਦਰ ਤੇ ਮੋਹ ਦੀਆਂ ਪਤਾ ਨਹੀਂ ਮੋਹ ਦੇ ਕਿੰਨੇ ਛੇਕ ਹੋਏ ਪਏ ਸਨ। ਵਿਕਾਰਾਂ ਨੇ ਬੇੜੇ ਨੂੰ ਜ਼ਰਜ਼ਰਾ ਕੀਤਾ ਪਿਆ ਸੀ, ਤਾਂ ਡੁੱਬ ਰਹੇ ਸਾਂ। ਤੇ ਫਿਰ ਕਹਿੰਦੇ ਇੱਕਦਮ ਇਹ ਮੋਹ ਮਮਤਾ ਦੇ ਜਾਲ 'ਚੋਂ ਮਾਰ ਕੇ ਛਾਲ ਤੇ ਅਸੀਂ ਬਾਹਰ ਹੋ ਗਏ ਕਿ ਜੇ ਮੋਹ 'ਚ ਫਸਾਂਗੇ ਤੇ ਡੁੱਬ ਜਾਣਾ। ਅੱਜ ਬਚ ਗਏ, ਕੱਲ੍ਹ ਡੁੱਬ ਸਕਦੇ ਹਾਂ, ਕੱਲ੍ਹ ਨਹੀਂ ਤੇ ਪਰਸੋਂ ਡੁੱਬ ਸਕਦੇ ਹਾਂ। ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਲੈ। ਉੱਥੇ ਮਹਾਰਾਜ ਕਹਿੰਦੇ ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਜੇ ਵਾਹਿਗੁਰੂ ਨੂੰ ਭੁਲਾਵੇਂਗਾ ਤੇ ਫਿਰ ਤੂੰ ਡੁੱਬ ਜਾਏਗਾ। ਤੇ ਜਿਹੜੇ ਮਾਲਕ ਦੇ ਨਾਮ ਦੀ ਟੇਕ ਤੇ ਨਾਮ ਦੀ ਓਟ ਆਪਣੇ ਜੀਵਨ 'ਚ ਰੱਖਦੇ ਹਨ, ਫਿਰ ਮਾਲਕ ਆਪ ਸਹਾਈ ਹੁੰਦੇ ਹਨ। ਉਹਨਾਂ ਨੂੰ ਮਾਲਕ ਡੁੱਬਣ ਨਹੀਂ ਦਿੰਦੇ ਹਨ। ਜਿਨ੍ਹਾਂ ਨੇ ਮਾਲਕ ਦੇ ਚਰਨਾਂ ਦਾ ਸਹਾਰਾ, ਮਾਲਕ ਦੇ ਨਾਮ ਬਾਣੀ ਦਾ ਸਹਾਰਾ ਲਿਆ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਕੋ ਡੁੱਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਜਿਉਂਦਾ ਮਨੁੱਖ ਡੁੱਬਦਾ ਹੈ ਪਰ ਮੁਰਦਾ ਪਾਣੀ 'ਚ ਤਰਦਾ ਹੈ। ਇਸੇ ਤਰ੍ਹਾਂ ਜੇ ਗੁਰੂ ਕੇ ਸ਼ਬਦ ਦੇ ਨਾਲ ਜੋੜ ਕੇ ਅੰਦਰ ਦੀਆਂ ਵਾਸ਼ਨਾਵਾਂ ਨੂੰ, ਅੰਦਰ ਦੇ ਵਿਕਾਰਾਂ ਨੂੰ, ਅੰਦਰ ਦੀਆਂ ਬੁਰਾਈਆਂ ਨੂੰ ਮਾਰ ਦੇਵਾਂਗੇ ਤੇ ਫਿਰ ਡੁੱਬਾਂਗੇ ਨਹੀਂ, ਫਿਰ ਤਰ ਜਾਵਾਂਗੇ, ਫਿਰ ਪਾਰ ਲੰਘ ਜਾਵਾਂਗੇ। ਸੋ ਗੁਰੂ ਕਿਰਪਾ ਕਰੇ, ਗੁਰੂ ਕੇ ਸ਼ਬਦ, ਗੁਰੂ ਕੀ ਬਾਣੀ ਦੇ ਨਾਲ ਜੁੜ ਕੇ ਅੰਦਰ ਦੇ ਅਵਗੁਣਾਂ ਨੂੰ ਖਤਮ ਕਰੀਏ, ਜੀਵਨ ਨੂੰ ਸੱਚਾ ਸੁੱਚਾ ਉੱਚਾ ਬਣਾਈਏ, ਸੱਚ ਦੇ ਧਾਰਨੀ ਬਣੀਏ। 4 ਦਿਨਾਂ ਦੇ ਪ੍ਰਾਹੁਣੇ ਸੰਸਾਰ ਅੰਦਰ ਹਾਂ, ਇੱਥੇ ਵਿਸ਼ਿਆਂ ਵਿਕਾਰਾਂ ਦੇ ਘੋਲ ਕਰਨ ਦੀ ਬਜਾਏ ਸੱਚ ਮਾਰਗ ਦੇ ਧਾਰਨੀ ਬਣ ਕੇ ਗੁਣ ਵੰਡੀਏ ਤੇ ਗੁਣਾਂ ਦੇ ਧਾਰਨੀ ਬਣੀਏ। ਗੁਰੂ ਦੀਆਂ ਖੁਸ਼ੀਆਂ ਮਿਲਣ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।